ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਓਨਟਾਰੀਓ ਨੇ ਪੂਰੀ ਤਰ੍ਹਾਂ ਖੋਲ੍ਹੇ ਬਾਰਡਰ, ਹੁਣ ਯਾਤਰਾ ਦੇ ਵਿੱਚ ਮਿਲੇਗੀ ਪੂਰੀ ਢਿੱਲ। ਟਰੂਡੋ ਦੀ ਕਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਨਹੀਂ ਕਰਨਗੇ ਹੋਟਲ ਦੇ ਵਿੱਚ ਇਕਾਂਤਵਾਸ। ਇਸ ਵਾਰ ਕਿਸੇ ਦੀ ਵੀ ਨਹੀਂ ਨਿਕਲੀ ਲਾਟਰੀ, ਅਗਲਾ ਡਰਾਅ ਕੱਢਿਆ ਜਾਵੇਗਾ ਜੂਨ 18 ਨੂੰ। ਮੁਸਲਿਮ ਭਾਈਚਾਰੇ ਦੇ ਨਾਲ ਫਿਰ ਦਿਖੀ ਨਫ਼ਰਤ, ਜਸਰਾਜ ਸਿੰਘ ਹੱਲੜ ਨੇ ਚੁੱਕਿਆ ਮੁੱਦਾ। ਜਲਦ ਹੋਵੇਗਾ ਬਾਰਡਰ ਖੋਲ੍ਹਣ ਦੇ ਬਾਰੇ ਐਲਾਨ, ਟਰਾਂਸਪੋਰਟ ਮੰਤਰੀ ਨੇ ਕੀਤਾ ਇਸ ਬਾਰੇ ਐਲਾਨ। ਬਾਇਓਮੈਟ੍ਰਿਕ ਬਾਰੇ ਅਪਡੇਟ ਆਈ ਸਾਹਮਣੇ, ਹਾਈ ਕਮਿਸ਼ਨ ਨੇ ਕੀਤਾ ਵੱਡਾ ਐਲਾਨ। ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਦੌਰਾਨ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ, ਜਿੱਥੇ ਓਨਟਾਰੀਓ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਬਾਰਡਰ ਬੰਦ ਕੀਤੇ ਗਏ ਸਨ, ਪਰ ਹੁਣ ਇਹਨਾਂ ਨੂੰ ਪੂਰਨ ਰੂਪ ਦੇ ਨਾਲ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਓਨਟਾਰੀਓ ਵੱਲੋਂ ਜੋ ਬਾਰਡਰ ਬੰਦ ਕੀਤੇ ਗਏ ਸਨ, ਉਸ ਦੇ ਰਾਹੀਂ ਹੁਣ ਯਾਤਰਾ ਦੀ ਇਜਾਜ਼ਤ ਹੋਵੇਗੀ। ਓਨਟਾਰੀਓ ਵੱਲੋਂ ਜੋ ਪ੍ਰੋਵਿੰਸ ਬਾਰਡਰ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹ ਹੁਣ ਖਤਮ ਹੋਣ ਜਾ ਰਹੀਆਂ ਨੇ। ਅੱਜ ਤੋਂ ਓਨਟਾਰੀਓ ਦੇ ਕਿਊਬੈਕ ਅਤੇ ਮੈਨੀਟੋਬਾ ਦੇ ਨਾਲ ਬਾਰਡਰ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਰਹੇ ਨੇ। ਜ਼ਿਕਰਯੋਗ ਹੈ ਕਿ ਓਨਟਾਰੀਓ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਕੋਰੋਨਾ ਦੇ ਵਾਧੇ ਮਾਮਲਿਆਂ ਨੂੰ ਦੇਖਦਿਆਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ। ਇਹ ਪਾਬੰਦੀਆਂ ਹਰ ਕਿਸੇ ਦੇ ਉੱਪਰ ਲਾਗੂ ਹੁੰਦੀਆਂ ਸਨ ਜੋ ਓਨਟਾਰੀਓ ਦੇ ਵਿੱਚ ਲੈਂਡ ਅਤੇ ਵਾਟਰ ਬਾਰਡਰਸ ਦੇ ਰਾਹੀਂ ਦਾਖਲ ਹੁੰਦੇ ਸਨ। ਪ੍ਰੋਵਿੰਸ ਵੱਲੋਂ ਸਿਰਫ ਅਸੈਂਸ਼ੀਅਲ ਟਰੈਵਲ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪ੍ਰੋਵਿੰਸ ਵੱਲੋਂ ਲਾਅ ਐਨਫੋਰਸਮੈਂਟ ਨੂੰ ਇਹ ਕਿਹਾ ਗਿਆ ਸੀ ਕਿ ਜਿਹੜੇ ਪ੍ਰੋਵਿੰਸ ਦੇ ਵਿੱਚ ਦਾਖਲ ਹੋਣਾ ਚਾਹਣਗੇ, ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਵੇਗਾ ਕਿ ਉਹ ਪ੍ਰੋਵਿੰਸ ਦੇ ਵਿੱਚ ਦਾਖਲ ਕਿਉਂ ਹੋਣਾ ਚਾਹੁੰਦੇ ਨੇ। ਪਰ ਹੁਣ ਇਹ ਸਾਰੀਆਂ ਪਾਬੰਦੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਕੈਨੇਡਾ ਦੇ ਵਿੱਚ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਘਟ ਰਹੇ ਨੇ। ਓਨਟਾਰੀਓ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਕੋਰੋਨਾ ਮਾਮਲਿਆਂ ਦੇ ਵਿੱਚ ਕਾਫੀ ਗਿਰਾਵਟ ਦੇਖੀ ਜਾ ਰਹੀ ਹੈ। ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ, ਜਿਸ ਤੋਂ ਬਾਅਦ ਓਨਟਾਰੀਓ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਸ ਦੇ ਵਿੱਚ ਢਿੱਲ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਓਨਟਾਰੀਓ ਵੱਲੋਂ ਜੋ ਕਿਊਬੈਕ ਅਤੇ ਮੈਨੀਟੋਬਾ ਦੇ ਨਾਲ ਬਾਰਡਰ ਬੰਦ ਕੀਤਾ ਗਿਆ ਸੀ, ਉਸ ਨੂੰ ਖੋਲ੍ਹਿਆ ਜਾ ਰਿਹਾ ਹੈ ਤੇ ਹੁਣ ਇੱਥੇ ਆਉਣ ਜਾਣ ਦੀ ਇਜਾਜ਼ਤ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ G7 ਸਮਿਟ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ UK ਗਏ ਹੋਏ ਸਨ, ਪਰ ਕੈਨੇਡਾ ਵਾਪਸ ਆਉਣ ਦੇ ਉੱਪਰ ਉਹਨਾਂ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਸੀ ਹੋਟਲ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ, ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਹੋਟਲ ਛੱਡ ਕੇ ਘਰ ਦੇ ਵਿੱਚ ਕੁਆਰੰਟਾਈਨ ਕਰਨਗੇ। G7 ਸਮਿਟ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਪਸ ਆਏ ਤੇ ਉਹਨਾਂ ਵੱਲੋਂ ਓਟਵਾ ਦੇ ਹੋਟਲ ਦੇ ਵਿੱਚ ਕੁਆਰੰਟਾਈਨ ਕੀਤਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਹੋਟਲ ਛੱਡ ਕੇ ਘਰ ਦੇ ਵਿੱਚ ਆਪਣੇ ਆਪ ਨੂੰ ਆਈਸੋਲੇਟ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ UK ਦੇ ਵਿੱਚ G7 ਸਮਿਟ ਦੇ ਵਿੱਚ ਹਿੱਸਾ ਲੈਣ ਲਈ ਗਏ ਸਨ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹ ਹੁਣ ਹੋਟਲ ਕੁਆਰੰਟਾਈਨ ਛੱਡ ਸਕਦੇ ਨੇ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਆਫਿਸ ਦੇ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਹੁਣ ਹੋਟਲ ਕੁਆਰੰਟਾਈਨ ਛੱਡ ਕੇ ਆਪਣੇ ਘਰ ਦੇ ਵਿੱਚ ਆਈਸੋਲੇਟ ਕਰਨਗੇ। ਕੈਨੇਡਾ ਦੇ ਵਿੱਚ ਇਸ ਸਮੇਂ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਰੋਕ ਲਗਾਈ ਗਈ ਹੈ। ਟੋਰਾਂਟੋ, ਮੌਂਟਰੀਅਲ, ਵੈਨਕੂਵਰ ਅਤੇ ਕੈਲਗਰੀ 에ਅਰਪੋਰਟ ਦੇ ਰਾਹੀਂ ਹੀ ਉਡਾਨਾਂ ਕੈਨੇਡਾ ਆਉਂਦੀਆਂ ਨੇ। ਇਹਨਾਂ 에ਅਰਪੋਰਟ ਦੇ ਰਾਹੀਂ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਗਵਰਨਮੈਂਟ ਆਥੋਰਾਈਜ਼ਡ ਕੁਆਰੰਟਾਈਨ ਹੋਟਲਸ ਦੇ ਵਿੱਚ ਇਕਾਂਤਵਾਸ ਕਰਨਾ ਪੈਂਦਾ ਹੈ, ਜਿੱਥੇ ਉਹਨਾਂ ਵੱਲੋਂ 3 ਦਿਨਾਂ ਦੇ ਲਈ ਕੁਆਰੰਟਾਈਨ ਕੀਤਾ ਜਾਂਦਾ ਹੈ, ਜਦੋਂ ਤੱਕ ਉਹਨਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ। ਜਿਨ੍ਹਾਂ ਯਾਤਰੀਆਂ ਵੱਲੋਂ ਹੋਟਲ ਕੁਆਰੰਟਾਈਨ ਤੋਂ ਮਨਾ ਕੀਤਾ ਜਾਂਦਾ ਹੈ, ਉਹਨਾਂ ਨੂੰ $5,000 ਦਾ ਜੁਰਮਾਨਾ ਲੱਗਦਾ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਇਹ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਜਦੋਂ ਕੈਨੇਡਾ ਵਾਪਸ ਆਉਣਗੇ ਤਾਂ ਕੈਨੇਡੀਅਨ ਡੈਲੀਗੇਸ਼ਨ, ਜਿਸ ਦੇ ਵਿੱਚ ਜਰਨਲਿਸਟ ਸ਼ਾਮਿਲ ਹੋਣਗੇ, ਉਹ ਓਟਵਾ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਗੇ। ਓਟਵਾ ਦੇ ਵਿੱਚ ਕੋਈ ਵੀ ਆਫੀਸ਼ੀਅਲ ਗਵਰਨਮੈਂਟ ਆਥੋਰਾਈਜ਼ਡ ਕੁਆਰੰਟਾਈਨ ਹੋਟਲ ਨਹੀਂ ਹੈ, ਕਿਉਂਕਿ ਇਹ ਸ਼ਹਿਰ ਇੰਟਰਨੈਸ਼ਨਲ ਅਰਾਈਵਲ ਸਕੀਮ ਦਾ ਹਿੱਸਾ ਨਹੀਂ ਹੈ। ਪਰ ਸਰਕਾਰ ਦੇ 에ਅਰਕ੍ਰਾਫਟ ਓਟਵਾ ਵੇਸਡ ਨੇ, ਤਾਂ ਕਰਕੇ ਉਹਨਾਂ ਨੂੰ ਇੱਥੇ ਆ ਕੇ ਆਪਣੇ ਆਪ ਨੂੰ ਕੁਆਰੰਟਾਈਨ ਕਰਨਾ ਪਿਆ। ਇਸ ਵਾਰ ਦੀ ਲੋਟੋ ਮੈਕਸ ਲੋਟਰੀ ਦੇ ਤਹਿਤ ਕਿਸੇ ਦਾ ਵੀ ਇਨਾਮ ਨਹੀਂ ਨਿਕਲਿਆ। ਜੀ ਹਾਂ, ਇਸ ਵਾਰ ਦੀ ਇਹਨਾਂ ਲੋਟਰੀ ਟਿਕਟ ਦੇ ਵਿੱਚ ਕੋਈ ਵੀ ਵਿਨਿੰਗ ਟਿਕਟ ਨਹੀਂ ਵੇਚੀ ਗਈ। ਹੁਣ ਅਗਲੀਆਂ ਉਮੀਦਾਂ ਜੂਨ 18 ਨੂੰ ਜੋ ਲੋਟਰੀ ਕੱਢੀ ਜਾਣੀ ਹੈ ਉਸ ਦੇ ਉੱਪਰ ਟਿਕੀਆਂ ਹੋਈਆਂ ਨੇ, ਕਿਉਂਕਿ ਇਸ ਦੇ ਵਿੱਚ ਵੀ ਵੱਡਾ ਇਨਾਮ ਨਿਕਲੇਗਾ। ਮੰਗਲਵਾਰ ਦੀ $70 ਮਿਲੀਅਨ ਲੋਟੋ ਮੈਕਸ ਡਰਾਅ ਦੇ ਵਿੱਚ ਕੋਈ ਵੀ ਵਿਨਿੰਗ ਟਿਕਟ ਨਹੀਂ ਵਿਕੀ। ਹੁਣ ਇਸ ਤੋਂ ਬਾਅਦ ਅਗਲੇ ਡਰਾਅ ਦੇ ਵਿੱਚ 70 ਮੈਕਸ ਮਿਲੀਅਨ ਇਨਾਮ ਹੋਣਗੇ। ਮੰਗਲਵਾਰ ਦੀ 70 ਮਿਲੀਅਨ ਲੋਟੋ ਮੈਕਸ ਜੈਕਪਾਟ ਦਾ ਕੋਈ ਵੀ ਜੇਤੂ ਨਹੀਂ ਰਿਹਾ। ਜਾਣਕਾਰੀ ਦੇ ਮੁਤਾਬਕ ਓਨਟਾਰੀਓ ਦੇ ਵਿੱਚ ਵੱਧ ਟਿਕਟਾਂ ਵਿਕੀਆਂ, ਜਿਸ ਦੇ ਵਿੱਚ 20 ਵਿਨਿੰਗ ਟਿਕਟ ਸ਼ਾਮਲ ਹਨ। ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ 8 ਜੇਤੂ ਸਾਹਮਣੇ ਆਏ ਨੇ।
ਜੋ ਕਿ ਇਸ ਲੋਟੋ ਮੈਕਸ ਡਰਾਅ ਦੇ ਜੇਤੂ ਹਨ। ਐਟਲਾਂਟਿਕ ਪ੍ਰੋਵਿੰਸ ਦੇ ਵਿੱਚ ਵੀ ਇੱਕ ਵਿਨਿੰਗ ਟਿਕਟ ਵਿਕੀ ਹੈ। ਇਸ ਦੀ ਅਪਡੇਟ ਜਾਣਕਾਰੀ ਵੀ ਸਾਹਮਣੇ ਆਈ। ਦੱਸਣਯੋਗ ਹੈ ਕਿ ਅਗਲਾ ਜੈਕਪਾਟ ਜੂਨ 18 ਨੂੰ ਆਵੇਗਾ, ਜੋ ਕਿ ਅੰਦਾਜ਼ਨ $70 ਮਿਲੀਅਨ ਦਾ ਰਹੇਗਾ। ਇਸ ਦੇ ਵਿੱਚ 1 ਮਿਲੀਅਨ ਈਚ ਦੇ 70 ਮੈਕਸ ਮਿਲੀਅਨ ਪ੍ਰਾਈਜ਼ ਹੋਣਗੇ। ਪਰ ਜੋ ਇਸ ਹਫਤੇ $70 ਮਿਲੀਅਨ ਦਾ ਲੋਟੋ ਮੈਕਸ ਡਰਾਅ ਕੱਢਿਆ ਗਿਆ, ਉਸ ਦੇ ਵਿੱਚ ਕੋਈ ਵੀ ਜੇਤੂ ਟਿਕਟ ਨਹੀਂ ਵਿਕੀ, ਜਿਸ ਦਾ ਮਤਲਬ ਹੈ ਕਿ ਇਸ ਵਾਰ ਦੇ ਡਰਾਅ ਦੇ ਵਿੱਚ ਕੋਈ ਵੀ ਜੇਤੂ ਨਹੀਂ ਰਿਹਾ। ਹੁਣ ਅਗਲਾ ਜੋ ਜੇਤੂ ਹੋਏਗਾ ਉਸ ਦਾ ਐਲਾਨ ਅਗਲੇ ਡਰਾਅ ਦੇ ਵਿੱਚ ਕੀਤਾ ਜਾਵੇਗਾ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਸਲਿਮ ਭਾਈਚਾਰੇ ਦੇ ਖਿਲਾਫ ਨਫ਼ਰਤ ਦੇਖਣ ਨੂੰ ਮਿਲੀ ਹੈ, ਜਿੱਥੇ ਐਡਮਿੰਟਨ ਦੇ ਮਸਜਿਦ ਦੇ ਉੱਪਰ ਕਿਸੇ ਵੱਲੋਂ ਸਿੰਬਲ ਆਫ ਹੇਟ ਬਣਾਇਆ ਗਿਆ। ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਹੈ। ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਪੋਸਟ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਇਸ ਘਟਨਾ ਨੂੰ ਬੇहद ਦੁੱਖ ਭਰੀ ਦੱਸਿਆ ਹੈ। ਐਡਮਿੰਟਨ ਦੇ ਮਸਜਿਦ 'ਚ ਕਿਸੇ ਵੱਲੋਂ ਸਿੰਬਲ ਆਫ ਹੇਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਵੱਲੋਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਇਸ ਘਟਨਾ ਸੰਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦਰਅਸਲ ਅਹਿਮਦੀਆ ਮੁਸਲਿਮ ਜਾਮਾ ਇਨ ਕੈਨੇਡਾ ਵੱਲੋਂ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਸ ਵਿੱਚ ਬੈਤੁਲ ਹਾਦੀ ਮਸਜਿਦ ਦੇ ਉੱਪਰ ਕਿਸੇ ਵੱਲੋਂ ਸਿੰਬਲ ਆਫ ਹੇਟ ਬਣਾਇਆ ਗਿਆ। ਹਰ ਪਾਸੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜੇ ਭਾਈਚਾਰੇ ਵੱਲੋਂ ਲੰਡਨ ਘਟਨਾ ਤੋਂ ਉਭਰਿਆ ਵੀ ਨਹੀਂ ਗਿਆ ਕਿ ਕਮਿਊਨਿਟੀ ਦੇ ਨਾਲ ਇਹ ਇੱਕ ਅਜਿਹੀ ਹੋਰ ਘਟਨਾ ਵਾਪਰੀ ਹੈ, ਜਿੱਥੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਾਸਿਰ ਭੱਟ, ਜੋ ਕਿ ਇਸ ਮਸਜਿਦ ਦੇ ਇਮਾਮ ਹਨ, ਉਹਨਾਂ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੇ ਨਾਲ ਕਾਫੀ ਜ਼ਿਆਦਾ ਡਿਸਟਰਬ ਹੋਏ ਨੇ। ਉਹਨਾਂ ਕਿਹਾ ਕਿ ਇਸ ਸਮੇਂ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਤਾਂ ਕਿ ਭਾਈਚਾਰੇ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਇਸ ਸੰਬੰਧੀ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਸਾਨੂੰ ਇਹ ਸਭ ਦੇਖ ਕੇ ਬੇहद ਦੁੱਖ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਮੁਸਲਿਮ ਕਮਿਊਨਿਟੀ ਦੇ ਖਿਲਾਫ ਨਫ਼ਰਤ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੰਡਨ ਘਟਨਾ ਦਾ ਜ਼ਿਕਰ ਕੀਤਾ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇਸ ਘਟਨਾ ਦੌਰਾਨ 4 ਜਾਣਿਆਂ ਦੀ ਜਾਨ ਚਲੀ ਗਈ ਤੇ ਹੁਣ ਅਸੀਂ ਦੇਖਿਆ ਹੈ ਕਿ ਮਸਜਿਦ ਤੇ ਸਿੰਬਲ ਆਫ ਹੇਟ ਬਣਾਇਆ ਗਿਆ। ਇਸ ਤਰ੍ਹਾਂ ਦੇ ਹੋਰ ਵੀ ਕਈ ਕੈਨੇਡਾ ਤੋਂ ਮਾਮਲੇ ਸਾਹਮਣੇ ਆ ਰਹੇ ਨੇ। ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਅਸੀਂ ਇਸਲਾਮੋਫੋਬੀਆ ਦੇ ਖਿਲਾਫ ਹਾਂ ਤੇ ਸਾਡੀ ਇਸਲਾਮੋਫੋਬੀਆ ਦੇ ਖਿਲਾਫ ਜੰਗ ਜਾਰੀ ਰਹੇਗੀ। ਕੈਨੇਡਾ ਵੱਲੋਂ ਜਲਦ ਹੀ ਬਾਰਡਰ ਖੋਲ੍ਹਣ ਸੰਬੰਧੀ ਐਲਾਨ ਕੀਤਾ ਜਾਵੇਗਾ। ਨਾਲ ਹੀ ਇਹ ਵੀ ਸਪਸ਼ਟ ਕੀਤਾ ਜਾਵੇਗਾ ਕਿ ਕੈਨੇਡਾ ਵੱਲੋਂ ਕਿਸ ਤਰ੍ਹਾਂ ਤੇ ਕਿਵੇਂ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਕੈਨੇਡਾ ਜਲਦ ਹੀ ਇੰਟਰਨੈਸ਼ਨਲ ਟਰੈਵਲਰਸ ਦਾ ਸਵਾਗਤ ਕੀਤਾ ਜਾਵੇਗਾ, ਪਰ ਇਸ ਦੇ ਬਾਰੇ ਵਿੱਚ ਸਪਸ਼ਟ ਜਾਣਕਾਰੀ ਨਹੀਂ ਸਾਹਮਣੇ ਆਈ, ਜਿਸ ਤੋਂ ਬਾਅਦ ਇਸ ਸੰਬੰਧੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ ਕਿ ਕਿਵੇਂ ਕੈਨੇਡਾ ਦੇ ਵਿੱਚ ਅਸੀਂ ਦਾਖਲ ਹੋ ਸਕਦੇ ਹਾਂ, ਸਾਡੇ ਵਾਸਤੇ ਕਿਹੜੀ ਵੈਕਸੀਨ ਜ਼ਰੂਰੀ ਹੋਵੇਗੀ, ਕਿ ਬੱਚਿਆਂ ਦੇ ਨਾਲ ਅਸੀਂ ਯਾਤਰਾ ਕਰ ਸਕਾਂਗੇ। ਇਸ ਦੇ ਬਾਰੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਕੈਨੇਡਾ ਵੱਲੋਂ ਸਪਸ਼ਟ ਜਾਣਕਾਰੀ ਜਾਣੀ ਕਿ ਯੋਜਨਾ ਸਾਂਝੀ ਕੀਤੀ ਜਾਵੇਗੀ, ਜਿਸ ਦੇ ਬਾਰੇ ਵਿੱਚ ਟਰਾਂਸਪੋਰਟ ਮੰਤਰੀ ਨੇ ਜਾਣਕਾਰੀ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਵੱਲੋਂ ਬਾਰਡਰ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਬਾਰਡਰ ਦੇ ਰਾਹੀਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੀਓਪਨਿੰਗ ਸੰਬੰਧੀ ਸਾਰੀ ਡੀਟੇਲ ਸਾਂਝੀ ਕੀਤੀ ਜਾਵੇਗੀ। ਕੈਨੇਡਾ ਸਰਕਾਰ ਵੱਲੋਂ ਲਗਾਤਾਰ 에ਅਰਲਾਈਨ ਕੰਪਨੀਆਂ ਅਤੇ ਹੋਰ ਵੀ ਕੰਪਨੀਆਂ ਜੋ ਕਿ ਐਵੀਏਸ਼ਨ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਨਾਲ ਹੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਸ ਸੈਕਟਰ ਨੂੰ ਜਾਣੀ ਕਿ ਐਵੀਏਸ਼ਨ ਸੈਕਟਰ ਨੂੰ ਰੀਓਪਨਿੰਗ ਦੇ ਲਈ ਤਿਆਰੀ ਕਰਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਕੈਨੇਡਾ ਦੇ ਵਿੱਚ ਉਹੀ ਦਾਖਲ ਹੋ ਸਕਣਗੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਹੋਣਗੀਆਂ, ਜਿਸ ਦਾ ਮਤਲਬ ਹੈ ਕਿ ਕਰੋਨਾ ਪਾਬੰਦੀਆਂ ਦੇ ਵਿੱਚ ਉਹਨਾਂ ਨੂੰ ਹੀ ਰਾਹਤ ਮਿਲੇਗੀ ਜਿਹੜੇ ਫੁੱਲੀ ਵੈਕਸੀਨੇਟਡ ਹੋਣਗੇ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਘਟ ਰਹੇ ਨੇ। ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘਟ ਹੋ ਰਹੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਇਹ ਸੰਕੇਤ ਦਿੱਤੇ ਸਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਵੱਲੋਂ ਆਪਣਾ ਬਾਰਡਰ ਖੋਲ੍ਹਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਸਾਰੇ ਜਾਣੇ ਮੁੜ ਤੋਂ ਯਾਤਰਾ ਕਰਨਾ ਚਾਹੁੰਦੇ ਨੇ ਤੇ ਹੁਣ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਹਾਲਾਤ ਵੀ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਸੁਧਰ ਰਹੇ ਨੇ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ, ਉਹਨਾਂ ਨੂੰ ਯਾਤਰਾ ਸੰਬੰਧੀ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ, ਪਰ ਇਸ ਦੇ ਵਾਸਤੇ ਇਹੀ ਜ਼ਰੂਰੀ ਹੈ ਕਿ ਯਾਤਰੀ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣ।
ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਮਾਰਚ 2020 ਤੋਂ ਹੀ ਕਰੋਨਾ ਦੇ ਕਾਰਨ ਯਾਤਰਾ ਦੇ ਉੱਪਰ ਪਾਬੰਦੀ ਲਗਾਈ ਗਈ। ਕੈਨੇਡਾ ਦੇ ਵਿੱਚ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਰੋਕ ਰਹੀ। ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਕਰੋਨਾ ਦੇ ਵਾਧੇ ਮਾਮਲਿਆਂ ਨੂੰ ਦੇਖਦਿਆਂ ਯਾਤਰਾ ਸੰਬੰਧੀ ਹੋਰ ਵੀ ਸਖਤੀਆਂ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਲਾਜ਼ਮੀ ਹੋਟਲ ਕੁਆਰੰਟੀਨ ਸ਼ਾਮਲ ਕੀਤਾ ਗਿਆ ਤੇ ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਇਸ ਕੁਆਰੰਟੀਨ ਨੂੰ ਖਤਮ ਕੀਤਾ ਜਾ ਚੁੱਕਿਆ ਹੈ। ਅਗਲੇ ਮਹੀਨੇ ਦੇ ਸ਼ੁਰੂ ਤੋਂ ਇਹ ਕੈਨੇਡਾ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ, ਜਿੱਥੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ ਉਹ ਯਾਤਰੀਆਂ ਨੂੰ ਹੁਣ ਕੈਨੇਡਾ ਦਾਖਲੇ ਦੇ ਉੱਪਰ ਹੋਟਲ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਇਸ ਦੇ ਵਾਸਤੇ ਇਹੀ ਸ਼ਰਤ ਹੈ ਕਿ ਇਹਨਾਂ ਯਾਤਰੀਆਂ ਦੇ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਲੱਗੀ ਹੋਵੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ, ਫਾਈਜ਼ਰ, ਮੋਡਰਨਾ ਤੇ ਜੌਨਸਨ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਤੇ ਭਾਰਤ ਦੇ ਵਿੱਚ ਜਿਨ੍ਹਾਂ ਵੱਲੋਂ ਕੋਵਿਸ਼ੀਲਡ ਲਗਾਈ ਜਾ ਰਹੀ ਹੈ ਉਹ ਵੀ ਐਸਟ੍ਰਾਜੈਨੇਕਾ ਦੀ ਕੈਟਾਗਰੀ ਦੇ ਵਿੱਚ ਹੀ ਆਉਂਦੀ ਹੈ। ਲਗਾਤਾਰ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਜਿਹੜੇ ਬੱਚੇ ਨੇ ਉਹ ਕਿਸ ਤਰ੍ਹਾਂ ਸਫ਼ਰ ਕਰ ਸਕਣਗੇ। ਇਸ ਦੇ ਬਾਰੇ ਵਿੱਚ तमाम ਜਾਣਕਾਰੀ ਕੈਨੇਡਾ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਸਾਂਝੀ ਕੀਤੀ ਜਾਵੇਗੀ। ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਬਾਇਓਮੈਟ੍ਰਿਕ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਵੱਲੋਂ ਟਵਿੱਟਰ ਦੇ ਰਾਹੀਂ ਟਵੀਟ ਕਰਕੇ ਅਪਡੇਟ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੂਨ 17 ਤੋਂ ਬਾਇਓਮੈਟ੍ਰਿਕ ਅਪਾਇੰਟਮੈਂਟ ਦੀ ਰਿਕੁਐਸਟ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਜਿਹੜੇ ਵੀ ਬਾਇਓਮੈਟ੍ਰਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਨੇ ਉਹ ਜੂਨ 17 ਤੋਂ ਇਸ ਦੇ ਲਈ ਰਿਕੁਐਸਟ ਕਰ ਸਕਦੇ ਨੇ। ਕੈਨੇਡਾ ਇਨ ਇੰਡੀਆ ਵੱਲੋਂ ਬਾਇਓਮੈਟ੍ਰਿਕ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਟਵਿੱਟਰ ਦੇ ਰਾਹੀਂ ਟਵੀਟ ਕਰਕੇ ਕੈਨੇਡਾ ਇਨ ਇੰਡੀਆ ਨੇ ਅਪਡੇਟ ਸਾਂਝੀ ਕੀਤੀ ਹੈ ਕਿ ਜੂਨ 17 ਮਿਡਨਾਈਟ ਤੋਂ ਉਹ ਵਿਦਿਆਰਥੀ ਜਿਨ੍ਹਾਂ ਦੇ ਕੋਲ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਹੈ ਉਹ ਆਪਣੀ ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਵਾਸਤੇ ਰਿਕੁਐਸਟ ਕਰ ਸਕਦੇ ਹਨ। ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਵਾਸਤੇ ਰਿਕੁਐਸਟ VAC ਵੈਬ ਫਾਰਮ ਦੇ ਰਾਹੀਂ ਕੀਤੀ ਜਾ ਸਕਦੀ ਹੈ। ਨਾਲ ਹੀ ਉਹਨਾਂ ਵੱਲੋਂ ਇਸ ਸੰਬੰਧੀ ਟਵਿੱਟਰ ਦੇ ਉੱਪਰ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਨੇਡਾ ਇਨ ਇੰਡੀਆ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀਆਂ BIL ਦੀ ਮਿਆਦ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਵੀ ਮਨਜ਼ੂਰ ਕੀਤਾ ਜਾਵੇਗਾ। ਜੇਕਰ ਤੁਹਾਡੇ ਕੋਲ ਐਕਸਪਾਇਰਡ VIL ਵੀ ਹੈ ਤਾਂ ਤੁਹਾਨੂੰ IRCC ਦੇ ਕੋਲ ਇੱਕ ਨਵੀਂ ਰਿਕੁਐਸਟ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਤੁਹਾਨੂੰ BIL ਅਜੇ ਇਸ਼ੂ ਨਹੀਂ ਕੀਤੀ ਗਈ ਤਾਂ ਇਸ ਦੇ ਵਾਸਤੇ ਤੁਸੀਂ ਥੋੜਾ ਸੰਯਮ ਬਣਾ ਕੇ ਰੱਖੋ। ਜਿਹੜੇ ਵੀ ਕੈਨੇਡਾ ਦੇ ਵਿੱਚ ਯਾਤਰਾ ਕਰਨਗੇ ਉਹਨਾਂ ਦੇ ਉੱਪਰ ਯਾਤਰਾ ਪਾਬੰਦੀਆਂ ਲਾਗੂ ਹੋਣਗੀਆਂ। ਬਹੁਤ ਸਾਰੇ ਕਲਾਇੰਟਸ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਪ੍ਰੋਸੈਸਿੰਗ ਦੇ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ। ਇਸ ਡਿਲੇ ਦਾ ਕਾਰਨ ਹਾਈ ਵੋਲਿਊਮ ਦੱਸਿਆ ਗਿਆ ਹੈ। ਬਾਇਓਮੈਟ੍ਰਿਕ ਸੰਬੰਧੀ ਹੋਰ ਅਪਡੇਟ ਦਿੰਦਿਆਂ ਕੈਨੇਡਾ ਇਨ ਇੰਡੀਆ ਦਾ ਕਹਿਣਾ ਹੈ ਕਿ ਤੁਹਾਨੂੰ ਆਪਣੀ ਅਪਾਇੰਟਮੈਂਟ ਦੇ ਵਾਸਤੇ ਇੰਤਜ਼ਾਰ ਕਰਨਾ ਹੋਵੇਗਾ ਜਦੋਂ ਤੱਕ ਉਹ ਕਨਫਰਮ ਨਹੀਂ ਹੋ ਜਾਂਦੀ। ਜੇਕਰ ਪ੍ਰੋਸੈਸਿੰਗ ਦੇ ਵਿੱਚ ਡੀਲੇ ਹੋ ਰਿਹਾ ਹੈ ਤਾਂ ਮਲਟੀਪਲ ਵੈਬ ਫਾਰਮ ਰਿਕੁਐਸਟ ਨਾ ਭੇਜੀਆਂ ਜਾਣ। ਕੈਨੇਡਾ ਦੀ 에ਅਰਲਾਈਨ ਸਨਵਿੰਗ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਦਸੰਬਰ ਮਹੀਨੇ ਤੋਂ ਉਡਾਨਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ। ਨਵੀਆਂ ਰੂਟਸ ਦੇ ਉੱਪਰ ਉਡਾਨਾਂ ਚਲਾਈਆਂ ਜਾ ਰਹੀਆਂ ਨੇ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਸਨਵਿੰਗ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਰਜਾਈਨਾ ਅਤੇ ਸਸਕੈਟੂਨ ਤੋਂ ਦਸੰਬਰ ਮਹੀਨੇ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਸਸਕੈਚੁਆਨ ਵਾਸੀਆਂ ਦੇ ਕੋਲ ਹੁਣ ਜ਼ਿਆਦਾ ਆਪਸ਼ਨ ਹੋਣਗੇ ਕਿ ਉਹ ਠੰਡ ਦੇ ਮੌਸਮ ਨੂੰ ਛੱਡ ਕੇ ਸਾਊਥ ਦੀ ਗਰਮੀ ਦਾ ਆਨੰਦ ਮਾਣ ਸਕਣ। ਇਸ ਦੀ ਸ਼ੁਰੂਆਤ ਦਸੰਬਰ ਮਹੀਨੇ ਤੋਂ ਹੋਏਗੀ। ਸਨਵਿੰਗ 에ਅਰਲਾਈਨ ਵੱਲੋਂ ਉਡਾਨਾਂ ਸੰਬੰਧੀ ਅਪਡੇਟ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਇਸ 에ਅਰਲਾਈਨ ਦੇ ਵੱਲੋਂ ਨਵੀਆਂ ਡੈਸਟੀਨੇਸ਼ਨ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ, ਜੋ ਕਿ ਅਪ੍ਰੈਲ ਮੱਧ 2022 ਤੱਕ ਜਾਰੀ ਰਹਿਣਗੀਆਂ। ਇਸ ਦੇ ਵਾਸਤੇ ਉਹਨਾਂ ਵੱਲੋਂ ਆਪਣੇ ਉਡਾਨਾਂ ਸੰਬੰਧੀ ਸਕੈਡਿਊਲ ਨੂੰ ਵੀ ਸਾਂਝਾ ਕੀਤਾ ਜਾ ਚੁੱਕਿਆ ਹੈ। ਇਸ ਸੰਬੰਧੀ ਇਸ 에ਅਰਲਾਈਨ ਦੇ ਪ੍ਰੈਜ਼ੀਡੈਂਟ ਅਤੇ CEO ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਉਡਾਨਾਂ ਕਦੋਂ ਅਤੇ ਕਿਸ ਸਮੇਂ ਦੇ ਉੱਪਰ ਚਲਾਈਆਂ ਜਾਣਗੀਆਂ ਇਹ ਵੀ ਸਾਰਾ ਸਕੈਡਿਊਲ ਸਾਂਝਾ ਕੀਤਾ ਜਾ ਚੁੱਕਿਆ ਹੈ। ਸੋ ਸਨਵਿੰਗ ਵੱਲੋਂ ਉਡਾਨਾਂ ਸੰਬੰਧੀ ਅਪਡੇਟ ਸਾਂਝੀ ਕੀਤੀ ਜਾ ਚੁੱਕੀ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਦਸੰਬਰ ਮਹੀਨੇ ਤੋਂ ਕੁਝ ਨਵੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਦਾ ਸਾਰਾ ਸਕੈਡਿਊਲ ਸਾਹਮਣੇ ਆ ਚੁੱਕਿਆ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ PNP ਟੈਕ ਡਰਾਅ ਦਾ ਐਲਾਨ ਕੀਤਾ ਗਿਆ, ਜੋ ਕਿ ਜੂਨ 15 ਨੂੰ ਕੱਢਿਆ ਗਿਆ। ਇਸ ਡਰਾਅ ਦੇ ਵਿੱਚ 72 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ PNP ਟੈਕ ਡਰਾਅ ਦਾ ਐਲਾਨ ਕੀਤਾ ਗਿਆ। ਇਸ ਟੈਕ ਡਰਾਅ ਦੇ ਤਹਿਤ 72 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵਾਈਟ ਜਾਣੀ ਕਿ ਸੱਦੇ ਜਾਰੀ ਕੀਤੇ ਗਏ। ਇਸ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਡਰਾਅ ਦਾ ਐਲਾਨ ਜੂਨ 15 ਨੂੰ ਕੀਤਾ ਗਿਆ। ਨਵੇਂ ਇਨਵੀਟੇਸ਼ਨ BC PNP ਟੈਕ ਦੇ ਜ਼ਰੀਏ ਜਾਰੀ ਕੀਤੇ ਗਏ, ਜੋ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਹੀ ਹਿੱਸਾ ਹੈ। ਜਿਹੜੇ ਉਮੀਦਵਾਰਾਂ ਨੂੰ ਇਸ ਡਰਾਅ ਦੇ ਵਿੱਚ ਸੱਦੇ ਮਿਲੇ ਨੇ ਉਹਨਾਂ ਦੇ ਵਾਸਤੇ
ਜ਼ਰੂਰੀ ਸੀ ਕਿ ਉਹ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿੱਲਜ਼ ਇਮੀਗ੍ਰੇਸ਼ਨ ਕੈਟਾਗਰੀਜ਼ ਦੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਨ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ ਉਹ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟਾਗਰੀ ਦੇ ਵਿੱਚੋਂ ਸਨ, ਜਿਨ੍ਹਾਂ ਨੂੰ ਘੱਟੋ-ਘੱਟ 80 ਪ੍ਰੋਵਿੰਸ਼ੀਅਲ ਸਕੋਰਸ ਦੀ ਜ਼ਰੂਰਤ ਸੀ। ਹੁਣ ਉਮੀਦਵਾਰਾਂ ਦੇ ਕੋਲ 30 ਦਿਨ ਦਾ ਸਮਾਂ ਹੋਵੇਗਾ ਜਿੱਥੇ ਉਹ ਨੋਮੀਨੇਸ਼ਨ ਦੇ ਲਈ ਅਪਲਾਈ ਕਰ ਸਕਣਗੇ। ਜਾਣਕਾਰੀ ਦੇ ਮੁਤਾਬਕ 2021 ਦੇ ਦੌਰਾਨ ਪ੍ਰੋਵਿੰਸ ਦੇ ਵੱਲੋਂ 5321 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ PNP ਟ੍ਰੈਕ ਨੂੰ 2017 ਦੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਡਰਾਅ ਦੇ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਜਾਗਦੀ ਹੈ ਤੇ ਤਾਜ਼ਾ ਜੋ ਡਰਾਅ ਕੱਢਿਆ ਗਿਆ ਉਸ ਦੇ ਵਿੱਚ 72 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਦਿੱਤੇ ਗਏ ਨੇ। ਸਸਕੈਚੁਆਨ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ ਜੂਨ 15 ਨੂੰ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 255 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਸਸਕੈਚੁਆਨ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 255 ਨਵੇਂ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਸਸਕੈਚੁਆਨ ਵੱਲੋਂ ਇਹ ਡਰਾਅ ਜੂਨ 15 ਨੂੰ ਕੱਢਿਆ ਗਿਆ। ਇਹ ਇਨਵੀਟੇਸ਼ਨ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਗਏ ਜਿਹੜੇ ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਸਨ। ਇਸ ਡਰਾਅ ਦੇ ਤਹਿਤ 103 ਸੱਦੇ ਉਹਨਾਂ ਨੂੰ ਵੀ ਜਾਰੀ ਕੀਤੇ ਗਏ ਜਿਹੜੇ ਐਕਸਪ੍ਰੈਸ ਐਂਟਰੀ ਸਬ ਕੈਟਾਗਰੀ ਦੇ ਵਾਸਤੇ ਐਲੀਜੀਬਲ ਸਨ ਅਤੇ 152 ਸੱਦੇ ਉਹਨਾਂ ਨੂੰ ਜਿਹੜੇ ਆਕੂਪੇਸ਼ਨ ਇਨ ਡਿਮਾਂਡ ਸਬ ਕੈਟਾਗਰੀ ਦੇ ਵਾਸਤੇ ਐਲੀਜੀਬਲ ਸਨ। ਇਸ ਡਰਾਅ ਦੇ ਤਹਿਤ ਕੈਂਡੀਡੇਟਸ ਨੂੰ 82 ਸਕੋਰਸ ਦੀ ਜ਼ਰੂਰਤ ਸੀ। ਜੋ ਸਸਕੈਚੁਆਨ ਵੱਲੋਂ ਜੂਨ 15 ਨੂੰ ਡਰਾਅ ਕੱਢਿਆ ਗਿਆ, ਉਸ ਵੱਲੋਂ ਐਕਸਪ੍ਰੈਸ ਐਂਟਰੀ ਅਤੇ ਆਕੂਪੇਸ਼ਨ ਇਨ ਡਿਮਾਂਡ ਕੈਂਡੀਡੇਟਸ ਨੂੰ ਟਾਰਗੇਟ ਕੀਤਾ ਗਿਆ। ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦੇ ਕੋਲ 55 ਆਕੂਪੇਸ਼ਨ ਦਾ ਤਜਰਬਾ ਸੀ। ਇਸ ਦੀ ਲਿਸਟ ਉਹਨਾਂ ਵੱਲੋਂ ਆਪਣੇ ਵੈਬ ਪੇਜ ਦੇ ਉੱਪਰ ਸਾਂਝੀ ਕੀਤੀ ਗਈ ਹੈ। ਬਾਕੀ ਸੂਬਿਆਂ ਦੇ ਵਾਂਗ ਸਸਕੈਚੁਆਨ ਵੱਲੋਂ ਵੀ ਲਗਾਤਾਰ PNP ਡਰਾਅ ਕੱਢੇ ਜਾ ਰਹੇ ਨੇ, ਜਿੱਥੇ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਰਹੇ ਨੇ। ਜੋ ਤਾਜ਼ਾ ਡਰਾਅ ਉਹਨਾਂ ਵੱਲੋਂ ਕੱਢਿਆ ਗਿਆ ਉਸ ਦੇ ਵਿੱਚ 255 ਕੈਂਡੀਡੇਟਸ ਦੀ ਕਿਸਮਤ ਜਾਗੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮਹਿੰਗਾਈ ਦਰ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਹਿੰਗਾਈ ਦਰ ਜਾਣੀ ਕਿ ਇਨਫਲੇਸ਼ਨ ਦੇ ਵਿੱਚ ਮਈ ਮਹੀਨੇ ਦੌਰਾਨ ਵਾਧਾ ਦੇਖਿਆ ਗਿਆ, ਜੋ ਕਿ 3.6% ਦਾ ਰਿਹਾ। ਕੈਨੇਡਾ ਦੇ ਵਿੱਚ ਵਹੀਕਲ, ਘਰ ਅਤੇ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇਨਫਲੇਸ਼ਨ ਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਮਈ ਮਹੀਨੇ ਦੌਰਾਨ ਇਸ ਦੇ ਵਿੱਚ 3.6% ਦਾ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਮਈ ਮਹੀਨੇ ਦੇ ਵਿੱਚ ਮਹਿੰਗਾਈ ਦੀ ਦਰ ਦੇ ਵਿੱਚ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ। ਏਜੰਸੀ ਵੱਲੋਂ ਜੋ ਡਾਟਾ ਸਾਂਝਾ ਕੀਤਾ ਗਿਆ ਉਸ ਤੋਂ ਇਹ ਪਤਾ ਚੱਲਿਆ ਹੈ ਕਿ ਵਹੀਕਲ, ਖਾਣ ਪੀਣ ਦੀਆਂ ਚੀਜ਼ਾਂ, ਐਨਰਜੀ, ਇਹਨਾਂ ਹਰ ਚੀਜ਼ਾਂ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੈ। ਘਰਾਂ ਦੀਆਂ ਕੀਮਤਾਂ ਵੀ ਕਾਫੀ ਵੱਧ ਰਹੀਆਂ। ਘਰਾਂ ਦੀ ਕੀਮਤ ਦੇ ਵਿੱਚ 4.2% ਦਾ ਵਾਧਾ ਦੇਖਿਆ ਗਿਆ ਅਤੇ ਘਰਾਂ ਦੇ ਵਾਸਤੇ ਫਰਨੀਚਰ ਅਤੇ ਅਪਲਾਈਨਸ ਦੇ ਵਿੱਚ 4.4% ਦੀ ਇਨਕਰੀਜ਼ ਦੇਖਿਆ ਗਿਆ। ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਇਹ ਵੀ ਸਪਸ਼ਟ ਹੋਇਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਫਰਨੀਚਰ ਦੇ ਵਿੱਚ 9.8% ਦੀ ਵਾਧਾ ਦੇਖਿਆ ਗਿਆ। ਪਿਛਲੇ ਸਾਲ ਮਈ ਮਹੀਨੇ ਦੇ ਕੰਪੈਰੀਜ਼ਨ ਦੇ ਵਿੱਚ ਜਾਣੀ ਤੁਲਨਾ ਦੇ ਵਿੱਚ ਗੈਸ ਦੀਆਂ ਕੀਮਤਾਂ 43% ਦੇ ਨਾਲ ਇਨਕਰੀਜ਼ ਹੋਈਆਂ ਨੇ। ਮਈ ਮਹੀਨੇ ਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਵੀ ਵਾਧਾ ਹੋਇਆ, ਜੋ ਕਿ 2.5% ਵੱਧ ਰਿਹਾ। ਇਸ ਦੇ ਨਾਲ ਹੀ ਸੈਂਟਰਲ ਬੈਂਕ ਵੱਲੋਂ ਆਪਣਾ ਕੀ ਪਾਲਿਸੀ ਰੇਟ 0.25% ਹੀ ਰੱਖਿਆ ਜਾਵੇਗਾ। ਉਹਨਾਂ ਵੱਲੋਂ ਪਾਲਿਸੀ ਰੇਟ ਇਨਾ ਉਦੋਂ ਤੱਕ ਰੱਖਿਆ ਜਾਵੇਗਾ ਜਦੋਂ ਤੱਕ ਆਰਥਿਕਤਾ ਦੇ ਵਿੱਚ ਸੁਧਾਰ ਨਹੀਂ ਹੋ ਜਾਂਦਾ। ਕੈਨੇਡੀਅਨ 에ਅਰਲਾਈਨ ਟ੍ਰਾਂਜ਼ਿਟ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਰਦੀਆਂ ਦੇ ਮਹੀਨੇ ਦੌਰਾਨ ਉਡਾਨਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ। ਇਸ 에ਅਰਲਾਈਨ ਵੱਲੋਂ 50 ਡੈਸਟੀਨੇਸ਼ਨਸ ਦੇ ਲਈ ਉਡਾਨਾਂ ਚਲਾਈਆਂ ਜਾਣਗੀਆਂ, ਜੋ ਕਿ ਦਸੰਬਰ ਮਹੀਨੇ ਤੋਂ ਸ਼ੁਰੂ ਹੋਣਗੀਆਂ। ਕੈਨੇਡੀਅਨ 에ਅਰਲਾਈਨ ਟ੍ਰਾਂਜ਼ਿਟ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਹੁਣ ਉਡਾਨਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ। ਸਰਦੀਆਂ ਤੋਂ 에ਅਰ ਟ੍ਰਾਂਜ਼ਿਟ ਵੱਲੋਂ 50 ਹੋਰ ਡੈਸਟੀਨੇਸ਼ਨਸ ਦੇ ਨਾਲ ਉਡਾਨਾਂ ਚਲਾਈਆਂ ਜਾਣਗੀਆਂ। 에ਅਰਲਾਈਨ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਕੈਰੀਬੀਅਨ, ਮੈਕਸੀਕੋ, ਸੈਂਟਰਲ ਅਤੇ ਸਾਊਥ ਅਮਰੀਕਾ, ਯੂਨਾਈਟਿਡ ਸਟੇਟਸ ਅਤੇ ਯੂਰਪ ਦੇ ਨਾਲ ਨਵੰਬਰ 1 ਤੋਂ ਉਡਾਨਾਂ ਚਲਾਈਆਂ ਜਾਣਗੀਆਂ। ਟ੍ਰਾਂਜ਼ਿਟ ਵੱਲੋਂ ਜਨਵਰੀ 29 ਨੂੰ ਆਪਰੇਸ਼ਨ ਸਸਪੈਂਡ ਕੀਤਾ ਗਿਆ ਸੀ, ਜਿਸ ਦਾ ਮਤਲਬ ਹੈ ਕਿ ਉਹਨਾਂ ਵੱਲੋਂ ਉਡਾਨਾਂ ਬੰਦ ਕੀਤੀਆਂ ਗਈਆਂ ਸਨ। ਇਹ ਉਡਾਨਾਂ ਓਟਵਾ ਦੀ ਰਿਕੁਐਸਟ ਦੇ ਉੱਪਰ ਮੰਗ ਕੀਤੀਆਂ ਗਈਆਂ ਸਨ। ਟ੍ਰਾਂਜ਼ਿਟ ਵੱਲੋਂ ਆਪਣੀਆਂ ਉਡਾਨਾਂ ਮੈਕਸੀਕੋ ਅਤੇ ਕੈਰੀਬੀਅਨ ਦੇ ਨਾਲ ਸਸਪੈਂਡ ਕੀਤੀਆਂ ਗਈਆਂ। ਕੰਪਨੀ ਵੱਲੋਂ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ 에ਅਰਲਾਈਨ ਵੱਲੋਂ ਜੁਲਾਈ 30 ਤੋਂ ਉਡਾਨਾਂ ਚਲਾਈਆਂ ਜਾਣਗੀਆਂ।
ਟ੍ਰਾਂਜ਼ਿਟ ਸੀਈਓ ਦਾ ਕਹਿਣਾ ਹੈ ਕਿ ਯਾਤਰੀ ਇਸ ਸਮੇਂ ਯਾਤਰਾ ਕਰਨ ਦੇ ਚਾਹਵਾਨ ਨੇ। ਟ੍ਰਾਂਜ਼ਿਟ ਵੱਲੋਂ ਇਹ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਮੌਂਟਰੀਅਲ ਤੋਂ ਮਿਆਮੀ ਤੱਕ ਸਿੱਧੀਆਂ ਉਡਾਨਾਂ ਚਲਾਈਆਂ ਜਾ ਸਕਣਗੀਆਂ। ਇਸ ਦੀ ਸ਼ੁਰੂਆਤ ਵੀ ਦਸੰਬਰ ਮਹੀਨੇ ਤੋਂ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਜਾ ਚੁੱਕਿਆ ਹੈ। ਦੂਸਰੇ ਪੜਾਅ ਦੀ ਸ਼ੁਰੂਆਤ ਪ੍ਰੋਵਿੰਸ ਦੇ ਵਿੱਚ ਹੋ ਗਈ ਹੈ, ਜਿਸ ਦੇ ਮੁਤਾਬਕ ਹੁਣ ਇੱਥੇ ਸੂਬੇ ਦੇ ਵਿੱਚ ਰੈਸਟੋਰੈਂਟ ਬਾਰ ਖੁੱਲ ਚੁੱਕੇ ਨੇ। ਪਰ ਇਹਨਾਂ ਰੈਸਟੋਰੈਂਟ ਅਤੇ ਬਾਰ ਕਾਰੋਬਾਰ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹਨਾਂ ਵੱਲੋਂ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਪ੍ਰੋਵਿੰਸ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਕਾਰਨ ਸਖਤੀਆਂ ਕੀਤੀਆਂ ਗਈਆਂ ਸਨ, ਉਹਨਾਂ ਪਾਬੰਦੀਆਂ ਦੇ ਵਿੱਚ ਕਾਫੀ ਹੱਦ ਤੱਕ ਢਿੱਲ ਦੇ ਦਿੱਤੀ ਗਈ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੜਾਅਵਾਰ ਚੀਜ਼ਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਾਸੀ ਤਾਂ ਹੁਣ ਆਮ ਜ਼ਿੰਦਗੀ ਵੱਲ ਵਾਪਸ ਪਰਤਣ ਲੱਗੇ ਨੇ, ਪਰ ਟੂਰਿਜ਼ਮ ਅਤੇ ਰੈਸਟੋਰੈਂਟ ਸੈਕਟਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੈਕਟਰ ਦੇ ਵਿੱਚ ਹੁਣ ਵਰਕਰ ਸ਼ਾਰਟੇਜ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਯੂਐਸ ਬਾਰਡਰ ਬੰਦ ਰਹਿਣ ਦਾ ਅਸਰ ਵੀ ਬ੍ਰਿਟਿਸ਼ ਕੋਲੰਬੀਆ ਦੀ ਲੇਬਰ ਸ਼ਾਰਟੇਜ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੇ ਬਾਰੇ ਵਿੱਚ ਟੂਰਿਜ਼ਮ ਇੰਡਸਟਰੀ ਸਪੋਕਸਮੈਨ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਹੈ। ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਦੇ ਸੀਈਓ ਵੱਲੋਂ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸੈਕਟਰ ਨੂੰ ਕਾਫੀ ਵੱਡਾ ਘਾਟਾ ਸਹਿਣ ਕਰਨਾ ਪਿਆ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ 16 ਮਹੀਨਿਆਂ ਦੌਰਾਨ ਕਈ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੰਤਰਰਾਸ਼ਟਰੀ ਯਾਤਰੀ ਆਉਣੇ ਸ਼ੁਰੂ ਹੋਣਗੇ, ਉਦੋਂ ਹੀ ਇਸ ਨੂੰ ਰਿਕਵਰ ਕੀਤਾ ਜਾ ਸਕੇਗਾ। ਇੰਡਸਟਰੀ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਹੀ ਬਾਰਡਰ ਨੂੰ ਖੋਲ੍ਹਿਆ ਜਾਵੇ ਤਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸੈਕਟਰ ਨੂੰ ਵੀ ਹੁਲਾਰਾ ਮਿਲ ਸਕੇ। ਪੈਂਡੈਮਿਕ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੂਰਿਜ਼ਮ ਵੱਲੋਂ 21.5 ਬਿਲੀਅਨ ਡਾਲਰ ਰੈਵਨਿਊ ਜਨਰੇਟ ਕੀਤਾ ਜਾਂਦਾ ਸੀ, ਪਰ 2020 ਦੇ ਦੌਰਾਨ ਇਹ 7 ਬਿਲੀਅਨ ਡਾਲਰ ਤੋਂ ਵੀ ਘੱਟ ਦਰਜ ਕੀਤਾ ਗਿਆ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਯੂਐਸ ਬਾਰਡਰ ਨੂੰ ਖੋਲ੍ਹਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਪਾਬੰਦੀਆਂ ਦੇ ਵਿੱਚ 4 ਪੜਾਵਾਂ ਦੇ ਤਹਿਤ ਢਿੱਲ ਦਿੱਤੀ ਜਾ ਰਹੀ ਹੈ, ਜਿਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਹੁਣ ਜੋ ਦੂਸਰਾ ਪੜਾਅ ਸ਼ੁਰੂ ਹੋਇਆ ਹੈ, ਉਸ ਦੇ ਤਹਿਤ ਪ੍ਰੋਵਿੰਸ ਦੇ ਵਿੱਚ ਯਾਤਰਾ ਦੀ ਢਿੱਲ ਦਿੱਤੀ ਜਾ ਚੁੱਕੀ ਹੈ। ਰੈਸਟੋਰੈਂਟ, ਪਬ ਅਤੇ ਬਾਰ ਦੇ ਵਿੱਚ 16 ਮਹੀਨੇ ਦੌਰਾਨ 40,000 ਨੌਕਰੀਆਂ ਚਲੀਆਂ ਗਈਆਂ, ਜਿਸ ਦਾ ਮਤਲਬ ਹੈ ਕਿ ਇਸ ਸੈਕਟਰ ਦੇ ਵੱਲੋਂ 40,000 ਕਰਮਚਾਰੀ ਗਵਾਏ ਜਾ ਚੁੱਕੇ ਨੇ। ਵਿਸ਼ਵ ਦੀਆਂ 2 ਮਹਾਸ਼ਕਤੀਆਂ ਦੇ ਵਿਚਕਾਰ ਜਿਨੇਵਾ ਦੇ ਵਿੱਚ ਮੁਲਾਕਾਤ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਅਤੇ ਰੂਸ ਦੇ ਰਾਸ਼ਟਰਪਤੀ ਦੇ ਵਿਚਕਾਰ ਜੋ ਮੁਲਾਕਾਤ ਹੋਈ, ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਨੋਂ ਨੇਤਾ ਅਨਕੰਫਰਟੇਬਲ ਨਜ਼ਰ ਆ ਰਹੇ ਨੇ। ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। 10 ਸਾਲਾਂ ਬਾਅਦ ਵਿਸ਼ਵ ਦੀਆਂ 2 ਮਹਾਸ਼ਕਤੀਆਂ ਦੇ ਵਿਚਕਾਰ ਜਨੇਵਾ ਦੇ ਵਿੱਚ ਮੁਲਾਕਾਤ ਹੋਈ, ਪਰ ਇੱਥੋਂ ਜੋ ਤਸਵੀਰਾਂ ਸਾਹਮਣੇ ਆਈਆਂ, ਉਸ ਦੇ ਵਿੱਚ ਬਾਈਡਨ ਅਤੇ ਪੁਤਿਨ ਕਾਫੀ ਜ਼ਿਆਦਾ ਅਨਕੰਫਰਟੇਬਲ ਨਜ਼ਰ ਆਏ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਕਾਰ ਲੰਬੇ ਸਮੇਂ ਤੋਂ ਤਾਨਾਤਾਨੀ ਵਾਲਾ ਮਾਹੌਲ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਕਾਰ 2011 ਦੇ ਵਿੱਚ ਮੁਲਾਕਾਤ ਹੋਈ ਸੀ। ਉਸ ਸਮੇਂ ਜੋ ਬਾਈਡਨ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ ਅਤੇ ਪੁਤਿਨ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਬੀਤੇ ਕੁਝ ਸਾਲਾਂ ਦੇ ਵਿੱਚ ਅਮਰੀਕਾ ਅਤੇ ਰੂਸ ਦੇ ਵਿਚਕਾਰ ਖਟਾਸ ਪੈਦਾ ਹੋਈ। ਬਾਈਡਨ ਅਤੇ ਪੁਤਿਨ ਵੱਲੋਂ ਇੱਕ ਦੂਸਰੇ ਦੇ ਉੱਪਰ ਕਈ ਵਾਰ ਬਿਆਨਬਾਜ਼ੀ ਕੀਤੀ ਜਾ ਚੁੱਕੀ ਹੈ ਤੇ ਹੁਣ ਜੋ ਬਾਈਡਨ ਅਤੇ ਪੁਤਿਨ ਦੇ ਵਿਚਕਾਰ ਜਨੇਵਾ ਦੇ ਵਿੱਚ ਮੁਲਾਕਾਤ ਹੋਈ ਹੈ, ਉਥੋਂ ਜੋ ਤਸਵੀਰਾਂ ਸਾਹਮਣੇ ਆਈਆਂ, ਉਸ ਦੇ ਵਿੱਚ ਦੋਨੋਂ ਜਾਣੇ ਕਾਫੀ ਅਨਕੰਫਰਟੇਬਲ ਲੱਗ ਰਹੇ ਨੇ। ਇਹਨਾਂ ਤਸਵੀਰਾਂ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਦੋਹਾਂ ਵੱਲੋਂ ਝੂਠਾ ਹਾਸਾ ਹੱਸਿਆ ਜਾ ਰਿਹਾ ਹੈ। ਦੋਨੋਂ ਇੱਕ ਦੂਸਰੇ ਦੇ ਵੱਲ ਨਹੀਂ ਦੇਖਣਾ ਚਾਹੁੰਦੇ, ਪਰ ਉਹ ਇੱਕ ਦੂਸਰੇ ਦੇ ਨਾਲ ਬੈਠਣ ਦੇ ਲਈ ਮਜਬੂਰ ਨੇ। ਦੂਜੇ ਪਾਸੇ ਲੋਕਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਬਾਈਡਨ ਅਤੇ ਵਲਾਦੀਮੀਰ ਪੁਤਿਨ ਦੇ ਵਿੱਚ ਜੋ ਮੁਲਾਕਾਤ ਹੋਈ ਹੈ, ਉਸ ਦੇ ਰਾਹੀਂ ਇੱਕ ਚੰਗਾ ਸੁਨੇਹਾ ਦਿੱਤਾ ਜਾ ਸਕਦਾ ਹੈ। ਇਸ ਦਾ ਅਸਰ ਦੁਨੀਆ ਦੇ ਉੱਪਰ ਪਏਗਾ ਕਿ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਰਹਿਣਗੇ। ਪਰ ਜਦੋਂ ਜੋ ਬਾਈਡਨ ਅਤੇ ਵਲਾਦੀਮੀਰ ਪੁਤਿਨ ਇਕੱਠੇ ਬੈਠੇ ਸਨ ਤੇ ਉਹ ਕਾਫੀ ਜ਼ਿਆਦਾ ਅਨਕੰਫਰਟੇਬਲ ਨਜ਼ਰ ਆਏ। ਇੱਕ ਦੂਸਰੇ ਨੂੰ ਦੇਖ ਕੇ ਉਹਨਾਂ ਵੱਲੋਂ ਨਕਲੀ ਹਾਸਾ ਵੀ ਹੱਸਿਆ ਜਾ ਰਿਹਾ ਸੀ। ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਦੇ ਵਿੱਚ ਕੀ ਕਰੋਨਾ ਵਾਇਰਸ ਦੇ ਹਾਲਾਤ ਨੇ, ਦੱਸਾਂਗੇ ਸਾਰੀ ਅਪਡੇਟ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 384 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ।
ਪ੍ਰੋਵਿੰਸ ਦੇ ਵਿੱਚ 24 ਘੰਟਿਆਂ ਦੌਰਾਨ 2,03,000 ਡੋਜ਼ਸ ਲਗਾਈਆਂ ਗਈਆਂ। ਹੁਣ ਤੱਕ ਇੱਥੇ 5,40,810 ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਵਾਟਰਲੂ ਤੋਂ 71, ਪੀਲ ਰੀਜਨ ਤੋਂ 60, ਟੋਰਾਂਟੋ ਤੋਂ 54, ਆਟਵਾ ਤੋਂ 21 ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ 12 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ, ਜਿਸ ਦੇ ਨਾਲ ਹੁਣ ਤੱਕ ਦਾ ਮੌਤਾਂ ਦਾ ਅੰਕੜਾ ਪ੍ਰੋਵਿੰਸ ਦੇ ਵਿੱਚ 8,986 ਤੇ ਪਹੁੰਚ ਗਿਆ। ਸੂਬੇ ਦੇ ਵਿੱਚ 5,27,162 ਰਿਕਵਰਡ ਮਾਮਲੇ ਨੇ। ਅੰਟੈਰੀਓ ਦੇ ਹਸਪਤਾਲਾਂ ਦੇ ਵਿੱਚ 438 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 377 ਇੰਟੈਂਸਿਵ ਕੇਅਰ ਅਧੀਨ ਹਨ ਅਤੇ 242 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 153 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ਦੌਰਾਨ ਇੱਕ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,73,370 ਦੇ ਕਰੀਬ ਕਨਫਰਮਡ ਕੇਸ ਨੇ। 11,177 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 192 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 45 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ 78% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਅਤੇ 15% ਨੂੰ ਦੋਨੋਂ ਡੋਜ਼ ਲੱਗ ਚੁੱਕੀਆਂ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 144 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 7 ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ। ਕੈਨੇਡਾ ਦੇ ਵਿੱਚ ਹੁਣ ਤੱਕ 14 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 25,991 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.6 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ontario ਨੇ ਪੂਰੀ ਤਰ੍ਹਾਂ ਖੋਲ੍ਹੇ ਬਾਰਡਰ, ਹੁਣ ਯਾਤਰਾ ਦੇ ਵਿੱਚ ਮਿਲੇਗੀ ਪੂਰੀ ਢਿੱਲ। ਟਰੂਡੋ ਦੀ ਕਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਨਹੀਂ ਕਰਨਗੇ ਹੋਟਲ ਦੇ ਵਿੱਚ ਇਕਾਂਤਵਾਸ। ਇਸ ਵਾਰ ਕਿਸੇ ਦੀ ਵੀ ਨਹੀਂ ਨਿਕਲੀ ਲਾਟਰੀ, ਅਗਲਾ ਡਰਾਅ ਕੱਢਿਆ ਜਾਵੇਗਾ ਜੂਨ 18 ਨੂੰ। ਮੁਸਲਿਮ ਭਾਈਚਾਰੇ ਦੇ ਨਾਲ ਫਿਰ ਦਿਖੀ ਨਫ਼ਰਤ, ਜਸਰਾਜ ਸਿੰਘ ਹੱਲੜ ਨੇ ਚੁੱਕਿਆ ਮੁੱਦਾ। ਜਲਦ ਹੋਵੇਗਾ ਬਾਰਡਰ ਖੋਲ੍ਹਣ ਦੇ ਬਾਰੇ ਐਲਾਨ, ਟਰਾਂਸਪੋਰਟ ਮੰਤਰੀ ਨੇ ਕੀਤਾ ਇਸ ਬਾਰੇ ਐਲਾਨ। ਬਾਇਓਮੈਟ੍ਰਿਕ ਬਾਰੇ ਅਪਡੇਟ ਆਈ ਸਾਹਮਣੇ, ਹਾਈ ਕਮਿਸ਼ਨ ਨੇ ਕੀਤਾ ਵੱਡਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।